ਇਸ ਲੈਕਚਰ ਦੇ ਵਿੱਚ ਅਸੀਂ ਕੰਟਰੋਲ ਐਕਸ਼ਨ ਐਰਰ ਨੂੰ ਘਟਾਉਣ ਲਈ ਸਟੇਬਿਲਿਟੀ ਨੂੰ ਵਧਾਉਣ ਲਈ ਜੋ ਅਸੀਂ ਵਰਕ ਕਰਦੇ ਆ ਜਾਂ ਕੰਟਰੋਲ ਐਕਸ਼ਨ ਲੈਨੇ ਆ ਤਾਂ ਉਹ ਅਸੀਂ ਡਿਸਕਸ ਕਰਾਂਗੇ। ਸਾਡੇ ਕੋਲੇ ਆ ਜਾਂਦਾ ਸਾਰਿਆਂ ਨੂੰ ਪਹਿਲਾਂ ਪ੍ਰਪੋਰਸ਼ਨਲ ਕੰਟਰੋਲ। ਪ੍ਰਪੋਰਸ਼ਨਲ ਕੰਟਰੋਲ ਦੇ ਵਿੱਚ ਕੀ ਹੁੰਦਾ ਹੈ, ਜਿਹੜਾ ਐਕਚੁਏਟਿੰਗ ਸਿਗਨਲ ਹੁੰਦਾ ਹੈ, ਐਕਚੁਏਟਿੰਗ ਸਿਗਨਲ ਕਿਹਦੇ ਪ੍ਰਪੋਰਸ਼ਨਲ ਹੁੰਦਾ ਹੈ, ਐਰਰ ਸਿਗਨਲ ਦੇ ਪ੍ਰਪੋਰਸ਼ਨਲ ਹੁੰਦਾ ਹੈ। ਐਕਚੁਏਟਿੰਗ ਸਿਗਨਲ ਇਜ਼ ਪ੍ਰਪੋਰਸ਼ਨਲ ਟੂ ਐਰਰ ਸਿਗਨਲ। ਸੋ ਅਸੀਂ EAT ਨੂੰ ਕੀ ਲਿਖ ਸਕਦੇ ਹਾਂ, K into ET ਲਿਖ ਸਕਦੇ ਹਾਂ ਪ੍ਰਪੋਰਸ਼ਨੈਲਿਟੀ ਦਾ। ਦੋਨਾਂ ਪਾਸੇ ਲੈਪਲੇਸ ਲੈ ਲਓ ਤਾਂ EAS ਜਿਹੜਾ ਐਕਚੁਏਟਿੰਗ ਸਿਗਨਲ ਕਾਹਦੇ ਬਰਾਬਰ ਆ ਗਿਆ, K into ES, K into ES। ਠੀਕ ਹੈ, ES ਸਿਗਨਲ ਨੂੰ ਜਿਹੜਾ ਸਾਡਾ ਡਿਟੈਕਟਰ ਹੁੰਦਾ, ਐਰਰ ਡਿਟੈਕਟਰ ਹੁੰਦਾ, ਇਹਦੀ ਆਊਟਪੁੱਟ ਐਰਰ ਸਿਗਨਲ ਹੁੰਦਾ ES। ਠੀਕ ਹੈ, ES ਨੂੰ ਅਸੀਂ ਕਾਹਦੇ ਨਾਲ ਮਲਟੀਪਲਾਈ ਕਰ ਦਈਏ, K ਨਾਲ ਮਲਟੀਪਲਾਈ ਕਰਾ ਦਈਏ। K ਨਾਲ ਮਲਟੀਪਲਾਈ ਕਰਾਤਾ ਤਾਂ ਇਹ ਆ ਗਿਆ K into ES। ਤਾਂ ਕਿਹੜਾ ਸਿਗਨਲ ਆ ਗਿਆ, EAS। ਕਿਹੜਾ ਸਿਗਨਲ ਆ ਗਿਆ, EAS, ਐਕਚੁਏਟਿੰਗ ਸਿਗਨਲ ਆ ਗਿਆ। ਠੀਕ ਹੈ, ਇਸ ਤੋਂ ਬਾਅਦ ਆ ਗਿਆ ਤੁਹਾਡਾ ਕੰਟਰੋਲ ਸਿਸਟਮ ਜਿਹਦਾ ਟ੍ਰਾਂਸਫਰ ਫੰਕਸ਼ਨ GS ਹੈ। ਠੀਕ ਹੈ, ਫਿਰ ਕੀ ਹੈ, ਇਹਦੇ ਵਿੱਚ ਆ ਜਾਂਦਾ HS ਤੇ HS ਤੋਂ ਬਾਅਦ ਇਹ ਕੰਪੇਅਰ ਕੀਤੀ ਜਾਂਦੀ ਹੈ ਰੈਫਰੈਂਸ ਇਨਪੁਟ ਤੇ ਐਕਚੁਅਲ ਆਊਟਪੁੱਟ। ਇਹ ਰੈਫਰੈਂਸ ਇਨਪੁੱਟ ਹੋਗੀ ਤੁਹਾਡੀ RS। ਠੀਕ ਹੈ, ਐਕਚੁਅਲ ਆਊਟਪੁੱਟ ਇਹ ਆ ਰਹੀ ਸੀ, ਦੋਨਾਂ ਨੂੰ ਕੰਪੇਅਰ ਕੀਤਾ, ਪਲੱਸ ਨਾਲ ਮਲਟੀਪਲਾਈ ਕਰਤਾ ਇਹਨੂੰ ਮਾਈਨਸ ਨਾਲ, ਤਾਂ ਐਰਰ ਸਿਗਨਲ ਆ ਗਿਆ ES। ES ਨੂੰ ਕਾਹਦੇ ਨਾਲ ਮਲਟੀਪਲਾਈ ਕਰਤਾ, K ਨਾਲ, ਤਾਂ ਇਹ ਆ ਗਿਆ ਸਾਡਾ ਪ੍ਰਪੋਰਸ਼ਨਲ ਕੰਟਰੋਲ। ਤਾਂ ਪ੍ਰਪੋਰਸ਼ਨਲ ਕੰਟਰੋਲ ਦੇ ਵਿੱਚ ਜੇਕਰ ਇਹਦਾ ਟ੍ਰਾਂਸਫਰ ਫੰਕਸ਼ਨ ਕੱਢਣਾ ਹੋਵੇ ਤਾਂ ਕਾਹਦੇ ਬਰਾਬਰ ਆ ਜਾਊਗਾ, ਇਹ ਮਲਟੀਪਲਾਈ ਹੋ ਜਾਊਗਾ K into GS। ਆ ਕੀ ਬਣ ਗਿਆ ਤੁਹਾਡਾ HS। ਠੀਕ ਹੈ, ਤਾਂ ਆ RS ਹੋ ਗਿਆ ਤੇ ਇਹ CS ਹੈ। ਤਾਂ CS upon RS ਦੀ ਵੈਲਿਊ ਕਿਹਦੇ ਬਰਾਬਰ ਆ ਜੂਗੀ ਪ੍ਰਪੋਰਸ਼ਨਲ ਦੇ ਵਿੱਚ, K into GS over 1 plus K into GS into HS। ਇਹ ਆ ਗਿਆ ਤੁਹਾਡਾ ਇਹਦਾ ਟ੍ਰਾਂਸਫਰ ਫੰਕਸ਼ਨ ਤੇ ਇਹਦੇ ਪ੍ਰਪੋਰਸ਼ਨਲ। ਤਾਂ ਪ੍ਰਪੋਰਸ਼ਨਲ ਕੰਟਰੋਲ ਦੇ ਨਾਲ ਜਿਵੇਂ ਜਿਵੇਂ K ਦੀ ਵੈਲਿਊ ਇਨਕਰੀਜ਼ ਕਰਦੀ ਹੈ, ਜਿਵੇਂ K ਇਨਕਰੀਜ਼ ਕਰਦਾ ਹੈ ਤਾਂ ਐਰਰ ਕੀ ਹੋ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ। ਐਰਰ ਕੀ ਹੋ ਜਾਂਦੀ ਹੈ ਤੁਹਾਡੀ, ਡਿਕਰੀਜ਼ ਹੋ ਜਾਂਦੀ ਹੈ। K ਇਨਕਰੀਜ਼ ਹੋਣ ਨਾਲ ਐਰਰ ਡਿਕਰੀਜ਼ ਹੋ ਜਾਂਦੀ ਹੈ। ਤੇ ਇੱਕ ਇਹਦੀ ਲਿਮਿਟੇਸ਼ਨ ਇਹ ਹੈ ਵੀ ਫਾਰਵਰਡ ਪਾਥ ਗੇਨ, K ਕੀ ਹੈ ਤੁਹਾਡਾ, ਫਾਰਵਰਡ ਪਾਥ ਗੇਨ। ਫਾਰਵਰਡ ਪਾਥ ਗੇਨ ਇਨਕਰੀਜ਼ ਕਰਨ ਦੇ ਨਾਲ ਐਰਰ ਕੀ ਹੋ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ। ਐਟ ਦਾ ਟਾਈਮ ਸਟੇਬਿਲਿਟੀ ਵੀ, ਸਟੇਬਿਲਿਟੀ ਜੋ ਕਿ ਵਧਣੀ ਚਾਹੀਦੀ ਸੀ, ਸਟੇਬਿਲਿਟੀ ਕੀ ਹੋ ਜਾਂਦੀ ਹੈ, ਇਹ ਵੀ ਘਟ ਜਾਂਦੀ ਹੈ। ਇਹ ਇਹਦੀ ਲਿਮਿਟੇਸ਼ਨ, ਸਟੇਬਿਲਿਟੀ ਘਟ ਜਾਂਦੀ ਹੈ। ਤਾਂ ਸਾਨੂੰ ਅਸੀਂ ਚਾਹੁੰਦੇ ਹਾਂ ਐਰਰ ਮਿਨੀਮਮ ਹੋਵੇ, ਸਟੇਬਿਲਿਟੀ ਕੀ ਹੋਵੇ, ਮੈਕਸਿਮਮ ਹੋਵੇ। ਤਾਂ ਸਾਡੇ ਕੋਲੇ ਅਲੱਗ-ਅਲੱਗ ਤਰ੍ਹਾਂ ਦੇ ਕੰਟਰੋਲ ਹੈ, ਡੈਰੀਵੇਟਿਵ ਕੰਟਰੋਲ ਹੈ, ਇੰਟੈਗਰਲ ਕੰਟਰੋਲ ਹੈ, ਪ੍ਰਪੋਰਸ਼ਨਲ, ਇੰਟੈਗਰਲ, PID ਕੰਟਰੋਲਰ, ਤਿੰਨੇ ਜਿਹਦੇ ਵਿੱਚ ਹੁੰਦੇ ਆ PID ਕੰਟਰੋਲਰ। ਠੀਕ ਹੈ, in proportional control the actuating signal for the control action is proportional to error signal। ਜਿਹੜਾ actuating signal ਹੈ, actuating signal ਕਿਹਦੇ ਪ੍ਰਪੋਰਸ਼ਨਲ ਹੁੰਦਾ, ਐਰਰ ਸਿਗਨਲ ਤੇ। ਜਿਹੜਾ ਇਹਨੂੰ ਸਹੀ ਕਰਨ ਵਾਲਾ ਐਕਚੁਏਟਿੰਗ ਸਿਗਨਲ ਹੁੰਦਾ, ਇਹਨੂੰ ਸਹੀ ਕਰਨ ਵਾਲਾ, ਉਹ ਕਿਹਦੇ ਪ੍ਰਪੋਰਸ਼ਨਲ ਹੁੰਦਾ, ਐਰਰ ਸਿਗਨਲ ਦੇ। ਤਾਂ ਅਸੀਂ K into ET ਹੋ ਗਿਆ, ਤਾਂ ਲੈਪਲੇਸ ਲੈ ਲਿਆ ਅਸੀਂ K into ES ਹੋ ਗਿਆ। ਤਾਂ ਆਏ ਕਰਕੇ ਇਹਦਾ ਉਹ ਬਣ ਗਿਆ ਟ੍ਰਾਂਸਫਰ ਫੰਕਸ਼ਨ। ਤਾਂ ਅਸੀਂ ਜਿਹੜਾ ਇਨਕਰੀਜ਼ ਇਨ ਫਾਰਵਰਡ ਪਾਥ ਗੇਨ ਰਿਡਿਊਸਸ ਦਾ ਸਟੈਡੀ ਸਟੇਟ ਐਰਰ, ਐਟ ਦਾ ਸੇਮ ਟਾਈਮ ਮੈਕਸਿਮਮ ਓਵਰਸ਼ੂਟ ਇਜ਼ ਇਨਕਰੀਜ਼। ਇਹਦੇ ਨਾਲ ਮੈਕਸਿਮਮ ਓਵਰਸ਼ੂਟ ਕੀ ਹੋ ਜਾਂਦਾ ਤੁਹਾਡਾ, MP ਕੀ ਹੈ, ਵੱਧ ਜਾਂਦਾ, ਜਿਹਦੇ ਕਰਕੇ ਸਟੇਬਿਲਿਟੀ ਕੀ ਹੋ ਜਾਂਦੀ ਹੈ, ਘਟ ਜਾਂਦੀ ਹੈ। ਐਰਰ ਘਟ ਜਾਂਦੀ ਹੈ, K ਇਨਕਰੀਜ਼ ਕਰਨ ਦੇ ਨਾਲ ਐਰਰ ਡਿਕਰੀਜ਼ ਹੁੰਦੀ ਹੈ, ਬਟ ਮੈਕਸਿਮਮ ਓਵਰਸ਼ੂਟ ਇਨਕਰੀਜ਼ ਹੋ ਜਾਂਦਾ ਹੈ, ਜਿਹਦੇ ਕਰਕੇ ਸਟੇਬਿਲਿਟੀ ਕੀ ਹੋ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ।
For the satisfactory performance of a control system, conventional adjustment has to be performed. So second ਜਿਹੜਾ ਅਗਲਾ ਸਾਡੇ ਕੋਲ ਕੰਟਰੋਲ ਆ ਜਾਂਦਾ proportional derivative। ਸਾਡੇ ਕੋਲ ਜਿਹੜਾ ਦੂਸਰਾ ਕੰਟਰੋਲ ਐਕਸ਼ਨ ਆ ਜਾਂਦਾ ਪ੍ਰੋਪੋਰਸ਼ਨਲ ਡੈਰੀਵੇਟਿਵ ਕੰਟਰੋਲ ਤੇ ਇਹਦੇ ਵਿੱਚ ਜਿਹੜਾ ਐਕਚੁਏਟਿੰਗ ਸਿਗਨਲ ਹੁੰਦਾ EAT ਐਕਚੁਏਟਿੰਗ ਸਿਗਨਲ ਇਜ਼ ਇਕੁਅਲ ਟੂ ਕਿਹਦੇ ਬਰਾਬਰ ਹੁੰਦਾ ਐਰਰ ਸਿਗਨਲ ਪਲੱਸ ਡੈਰੀਵੇਟਿਵ ਆਫ ਐਰਰ ਸਿਗਨਲ ਡੈਰੀਵੇਟਿਵ ਆਫ ਐਰਰ ਸਿਗਨਲ ਨਾਲ ਡੈਰੀਵੇਟਿਵ ਦਾ ਕਾਂਸਟੈਂਟ ਆ ਜਾਂਦਾ TD ਡੈਰੀਵੇਟਿਵ ਆਫ ਲੈਪਲੇਸ ਲੈ ਲਓ ਦੋਨੋਂ ਪਾਸੇ ਤਾਂ EAS ਕਾਹਦੇ ਬਰਾਬਰ ਹੋ ਗਿਆ ES प्लस TD डेरिवेटिव का लैपलेस कितना हो गया S इंटू ES। ठीक है तो एक्चुएटिंग सिग्नल किहदे बराबर आ गया इत्थों ES कॉमन ले लो 1 प्लस TD इंटू S। ठीक है तो असीं इत्थे लईए एरर सिग्नल ES एरर सिग्नल लिया उहनूं काहदे नाल मल्टीप्लाई कर दईए 1 प्लस TD इंटू S तो किहड़ा सिग्नल आ जाता साडा एक्चुएटिंग सिग्नल आ जाता EAS। इस तो बाद की आ जाऊगा तुहाडा GS। ठीक है इस तो बाद इत्थे की हुंदा तुहाडा HS फीडबैक हुंदा। ठीक है फीडबैक ते ये तुहाडा एरर सिग्नल जनरेट करना असीं इत्थों RS ले लईए ते इत्थों इहनूं एक्चुअल आउटपुट ले लई प्लस ते माइनस ये एरर सिग्नल आ गया। सो ये CS हो गया तो यह ट्रांसफर फंक्शन काहदे बराबर आ जाऊगा ये दोनों काहदे च सीरीज है मल्टीप्लाई हो जाएंगे ये हो गया तुहाडा RS। ठीक है ये हो जाऊगा तुहाडा 1 प्लस TD इंटू S इंटू GS। ठीक है तो फीडबैक दे विच की है तुहाडा HS है ये हो गया प्लस ते एक हो गया माइनस ये हो गया तुहाडा CS। इस तो बाद की असी सैकंड ऑर्डर कंट्रोल सिस्टम लई असी कैलकुलेट कर सकते हैं सैकंड ऑर्डर कंट्रोल सिस्टम की पहला इसका ट्रांसफर फंक्शन कैलकुलेट तो इसका ट्रांसफर फंक्शन काहदे बराबर आ गया CS upon RS इज इक्वल टू विद प्रोपोर्शनल डेरिवेटिव दे नाल GS ओवर 1 प्लस GS HS 1 प्लस TD इंटू S इंटू GS ओवर 1 प्लस TDS इंटू GS इंटू HS। ठीक है फॉर सेकंड ऑर्डर कंट्रोल सिस्टम ਲਈ ਜਿਹੜੀ GS ਦੀ ਵੈਲਿਊ ਕਾਹਦੇ ਬਰਾਬਰ ਹੁੰਦੀ ਹੈ ओमेगा n स्क्वायर ओवर S इंटू S प्लस 2 जीटा ओमेगा n ਤੇ HS ਦੀ ਵੈਲਿਊ ਕਿੰਨੀ ਹੁੰਦੀ ਹੈ 1 सेकंड ऑर्डर कंट्रोल सिस्टम लिए वैल्यू पुट कर दो तो CS अपॉन RS का बराबर आ गया 1 प्लस TD इंटू S इंटू ओमेगा n स्क्वायर ओवर S इंटू S प्लस 2 जीटा ओमेगा n ओवर 1 प्लस TDS GS की वैल्यू कितनी है ओमेगा n स्क्वायर ओवर S इंटू S प्लस 2 जीटा ओमेगा n तो ये काहदे बराबर आ गया तुहाडा 1 प्लस TD इंटू S इंटू ओमेगा n स्क्वायर ओवर S स्क्वायर प्लस 2 जीटा ओमेगा ns ओवर ਇਹਦਾ ਆ ਇੱਥੇ ਚਲਾ ਜਾਊਗਾ S स्क्वायर प्लस 2 जीटा ओमेगा ns प्लस ओमेगा n स्क्वायर इंटू 1 प्लस TD इंटू S ओवर S स्क्वायर प्लस 2 जीटा ओमेगा ns ਇਹਦੇ ਨਾਲ ਇਹ ਕੀ ਹੈ कैंसल हो गया तो CS अपॉन RS की वैल्यू काहदे बराबर आ गई 1 प्लस TDS इंटू ओमेगा n स्क्वायर ओवर S स्क्वायर प्लस S2 जीटा ओमेगा n प्लस TD इंटू ओमेगा
ਸਕੁਅਰ ਇਹ s ਕਾਮਨ ਹੈ। ਤਾਂ ਅਸੀਂ ਇਹਦੇ ਵਿੱਚੋਂ ਇਹਨੂੰ ਕੰਪੇਅਰ ਕਰੀਏ, ਅਸੀਂ ਕਿਹਦੇ ਨਾਲ ਕੰਪੇਅਰ ਕਰ ਲਓ, ओमेगा n स्क्वायर ओवर s स्क्वायर प्लस 2 जीटा डैश ओमेगा ns प्लस ओमेगा n स्क्वायर। तो जीटा डैश की वैल्यू कैलकुलेट कर लो कितनी आ गई, तो 2 जीटा डैश ओमेगा n काहदे बराबर आ गया, ਇਹਦੇ ਚੋਂ 2 जीटा ओमेगा n प्लस टी डी इंटू ओमेगा n स्क्वायर। तो जीटा डैश की वैल्यू काहदे बराबर आ गई, 2 जीटा ओमेगा n प्लस टी डी इंटू ओमेगा n स्क्वायर ओवर 2 ओमेगा n। तो ये काहदे बराबर आ गया, कले कले थले कर दो, ओमेगा n ना ओमेगा करने कट गया, 2 ना 2 कट गया, रहेगा जीटा प्लस टी डी ओमेगा n ना ओमेगा n कट गया, टी डी ओमेगा n बाय 2। तो जीटा डैश आ गया डेरिवेटिव कंट्रोल सिस्टम के नाल तुहाडी जीटा की वैल्यू इंक्रीज होगी, जीटा डैश की वैल्यू, जीटा डैश इज इक्वल टू जीटा प्लस दिस, सो जीटा डैश की हो गया तुहाडा इंक्रीज हो गया। जदों जीटा डैश इंक्रीज हो गया तुहाडा एमपी की हो जाएगा, डिक्रीज हो जाएगा, एरर तब ते तुहाडी स्टेबिलिटी की हो जाएगी, इंक्रीज हो जाएगी। मैक्सिमम ओवरशूट डिक्रीज कर देगा जो जीटा इंक्रीज कर गया जीटा डैश, तो वो मैक्सिमम ओवरशूट की है तुहाडा, ओवरशूट ने घट जाना है, जिहड़ा ओवरशूट इन्ना ज़्यादा सीगा फिर ओवरशूट की है घट गया, तो इस करके स्टेबिलिटी की हो जाएगी, इंक्रीज हो जाएगी। सो प्रपोर्शनल डेरिवेटिव के नाल एरर से कोई इफेक्ट नहीं पिया, पर स्टेबिलिटी की है बढ़ गई है। सो इस करके प्रपोर्शन